ਹਜ਼ਾਰਾਂ ਏਕੜ ਦੇ ਵਿੱਚ ਅਮਰੂਦਾਂ ਦੇ ਬਾਗ ਲਗਾ ਕੇ ਦਿਖਾਏ ਪੇਪਰ 'ਚ ਬਾਗ ਹੈ ਨਹੀਂ ਸੀ ਤੇ ਉਸ ਨੂੰ ਹੀ ਵਿਜੀਲੈਂਸ ਨੇ ਸਾਜ਼ਿਸ਼ ਘਾੜਾ ਬਣਾਇਆ ਹੈ। ਜਿੱਥੇ 130 ਬੂਟੇ ਲੱਗਦੇ ਸੀ 2500 ਤੋਂ 3000 ਬੂਟੇ ਜਿਹੜੇ ਆ ਉਹ ਬਾਗ ਨੇ ਜਿਹੜੇ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਕਈ ਸਾਲਾਂ ਤੱਕ ਮਿਲਦਾ ਹੈ। ਇਹ ਮੈਨੂੰ ਮੀਡੀਆ ਤੋਂ ਪਤਾ ਲੱਗਾ। ਜਿਹੜੀ FIR ਜਦੋਂ ਦਰਜ ਹੋਈ ਹੈ ਤਾਂ FIR ਜਦੋਂ ਵਾਇਰਲ ਹੋਈ ਹੈ, ਜਦੋਂ ਮਾਨ ਸਰਕਾਰ ਆਈ ਤਾਂ ਮਾਨ ਸਰਕਾਰ ਦੀ ਥਿਊਰੀ ਸੀ ਐਂਟੀ ਕਰਪਸ਼ਨ ਦੀ, ਤੇ ਇੱਕ ਹੋਰ 3 ਬੰਦਿਆਂ ਨੂੰ 56 ਲੱਖ ਦਾ ਮੁਆਵਜ਼ਾ ਮਿਲਿਆ। ਪੂਰੇ ਨਵੇਂ ਚੰਡੀਗੜ੍ਹ 'ਚ ਸੈਂਕੜੇ ਨਹੀਂ ਹਜ਼ਾਰਾਂ ਏਕੜ ਦੇ ਵਿੱਚ ਹੋਈ ਹੈ। ਸੋ ਵਿਜੀਲੈਂਸ ਵੱਲੋਂ ਜਾਂਚ ਵੀ ਚੱਲ ਰਹੀ ਹੈ। ਇਸ ਮਾਮਲੇ ਦੇ ਵਿੱਚ ਵੀ ਵਿਜੀਲੈਂਸ ਨੇ ਜਾਂਚ ਕੀਤੀ। ਦੋਸਤੋ, ਇੰਡੀਆ ਬੁਲੇਟਿਨ ਨਿਊਜ਼ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਇੱਕ ਨਵੀਂ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਅੱਜ ਅਸੀਂ ਇਹੋ ਜਿਹਾ ਠੱਗੀ ਦਾ ਮਾਮਲਾ ਤੁਹਾਡੇ ਸਾਹਮਣੇ ਉਜਾਗਰ ਕਰਨ ਲੱਗੇ ਹਾਂ ਕਿ ਦੇਖ ਕੇ ਤੁਹਾਨੂੰ ਇੱਕ ਵਾਰੀ ਅਚੰਭਾ ਜ਼ਰੂਰ ਹੋਵੇਗਾ ਕਿ ਪੰਜਾਬ ਦੀ ਹੀ ਸਰਕਾਰ ਨੂੰ ਪੰਜਾਬ ਦੇ ਅਫਸਰ ਕਿਵੇਂ ਲੁੱਟ ਕੇ ਖਾ ਰਹੇ ਨੇ। ਆਮ ਲੋਕਾਂ ਤੱਕ ਇਹ ਗੱਲਾਂ ਨਹੀਂ ਪਹੁੰਚਦੀਆਂ ਕਿਉਂਕਿ ਉਹਨਾਂ ਦੇ ਨੌਲੇਜ ਦੇ ਵਿੱਚ ਇਹ ਸਾਰਾ ਕੁਝ ਨਹੀਂ ਹੁੰਦਾ। ਇਹ ਜਿਹੜੇ ਲੋਕ ਕਰਦੇ ਹੈਗੇ ਨੇ, ਜਿਨ੍ਹਾਂ ਦੇ ਦਫ਼ਤਰਾਂ ਦੇ ਵਿੱਚ, ਜਿਨ੍ਹਾਂ ਦੀਆਂ ਮੇਜ਼ਾਂ ਦੇ ਉੱਪਰ ਇਹ ਸਾਰਾ ਕੁਝ ਪ੍ਰਵਾਨ ਕੀਤਾ ਜਾਂਦਾ ਹੈ, ਇਹ ਕੰਪਨਸੇਸ਼ਨ ਦਿੱਤੇ ਜਾਂਦੇ ਨੇ, ਇਹ ਲੋਨ ਦਿੱਤੇ ਜਾਂਦੇ ਨੇ, ਇਹ ਮੁਆਵਜ਼ੇ ਦਿੱਤੇ ਜਾਂਦੇ ਨੇ, ਉੱਥੇ ਹੀ ਇਹ ਠੱਗੀ ਦੇ ਮਸਾਲੇ ਵੀ ਤਿਆਰ ਕੀਤੇ ਜਾਂਦੇ ਨੇ ਕਿ ਕਿਸ ਤਰ੍ਹਾਂ ਸਰਕਾਰ ਨੂੰ ਠੱਗੀ ਮਾਰੀ ਜਾਵੇ, ਕਿਸ ਤਰ੍ਹਾਂ ਵਧਾ ਚੜਾ ਕੇ ਸਾਰੀਆਂ ਗੱਲਾਂ ਕੀਤੀਆਂ ਜਾਣ ਤਾਂ ਕਿ ਸਰਕਾਰ ਦੇ ਝੋਲੇ ਵਿੱਚੋਂ ਜੋ ਕੁਝ ਨਿਕਲਦਾ ਹੈ ਵੱਧੋ ਵੱਧ ਉਹ ਕੱਢਿਆ ਜਾਵੇ। ਜਦੋਂ ਤੋਂ ਮੋਹਾਲੀ ਜ਼ਿਲ੍ਹਾ ਬਣਿਆ ਹੈ ਉਦੋਂ ਤੋਂ ਹੀ ਇੱਥੇ ਡਿਵੈਲਪਮੈਂਟ ਦਾ ਕੰਮ ਸ਼ੁਰੂ ਹੋਇਆ। ਉਦੋਂ ਤੋਂ ਹੀ ਇੱਥੇ ਸਰਕਾਰੀ ਪ੍ਰੋਜੈਕਟ ਆਉਣੇ ਸ਼ੁਰੂ ਹੋਏ। ਆਮ ਲੋਕਾਂ ਦੇ ਵਾਸਤੇ, ਇਨਹੈਬੀਟੈਂਟ ਵਾਸਤੇ, ਲੋਕਾਂ ਨੂੰ ਕਰਨ ਵਾਸਤੇ ਇੱਥੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ। ਲਗਾਤਾਰ ਸਰਕਾਰੀ ਪ੍ਰੋਜੈਕਟ ਆ ਰਹੇ ਨੇ। ਤੁਸੀਂ ਮੋਹਾਲੀ ਵਿੱਚ ਖੜ੍ਹ ਕੇ ਨਜ਼ਰ ਮਾਰੋ ਤਾਂ ਆਸੇ-ਪਾਸੇ ਤਕਰੀਬਨ 20-25 ਕਿਲੋਮੀਟਰ ਦੇ ਏਰੀਏ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਐਗਰੀਕਲਚਰਲ ਐਕਟੀਵਿਟੀ ਨਹੀਂ ਦਿਖੇਗੀ। ਹਰ ਪਾਸੇ ਕੰਕਰੀਟ ਦਾ ਇੱਕ ਜੰਗਲ ਦਿਖਾਈ ਦਿੰਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਮੋਹਾਲੀ। ਮੀਆਂ ਬੀਬੀ ਕੋਈ ਵੀ ਜੌਬ ਕਰਦੇ ਨੇ ਜਾਂ ਚੰਗੀ ਤਰ੍ਹਾਂ ਸੈਟਲ ਹੈਗੇ ਨੇ ਤਾਂ ਉਹ ਮੋਹਾਲੀ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਇੱਥੇ ਜੋ ਬੇਸਿਕ ਕਮਿਊਨਿਟੀਜ਼ ਹੈਗੀਆਂ ਨੇ ਉਹ ਬਾਕੀ ਜ਼ਿਲ੍ਹਿਆਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈਗੀਆਂ ਨੇ। ਅੱਜ ਅਸੀਂ ਤੁਹਾਨੂੰ ਜੋ ਠੱਗੀ ਦਾ ਮਾਮਲਾ ਤੁਹਾਡੇ ਸਾਹਮਣੇ ਅਸੀਂ ਦੱਸਣ ਜਾ ਰਹੇ ਹਾਂ ਉਹ ਹੈਗਾ ਮੋਹਾਲੀ ਦੇ ਵਿੱਚ ਜੋ ਨਵਾਂ 에ਅਰਪੋਰਟ ਬਣਿਆ ਹੈਗਾ ਉਹਦੇ ਨਾਲ ਹੀ ਇੱਕ ਪਿੰਡ ਹੈ ਬਾਕਰਪੁਰ। ਮੋਹਾਲੀ ਦੇ ਵਿੱਚ ਜਦੋਂ ਇਹ 에ਅਰਪੋਰਟ ਬਣਿਆ, ਐਰੋ ਸਿਟੀ ਜੋ ਇਲਾਕਾ ਹੈਗਾ, ਜਦੋਂ ਇਹ ਬਣਿਆ ਤਾਂ ਉਹਦੇ ਨਾਲ ਹੀ ਇੱਕ ਹੋਰ ਸਰਕਾਰੀ ਪ੍ਰੋਜੈਕਟ ਵਾਸਤੇ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ, ਜਿਹਦੇ ਵਿੱਚ ਬਾਕਰਪੁਰ ਦੀ ਜ਼ਮੀਨ ਵੀ ਐਕਵਾਇਰ ਕੀਤੀ ਜਾਣੀ ਸੀ ਤੇ ਹੋਰ ਆਸੇ-ਪਾਸੇ ਵਾਲੀਆਂ ਜ਼ਮੀਨਾਂ ਵੀ ਐਕਵਾਇਰ ਕਰਨ ਦੀ ਪ੍ਰੋਸੈਸ ਸਰਕਾਰ ਵੱਲੋਂ 2016 'ਚ ਸ਼ੁਰੂ ਕੀਤੀ ਗਈ, ਜਦੋਂ ਕਿ ਇੱਥੇ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਦੀ ਗਵਰਨੈਂਸ ਸੀ ਪੰਜਾਬ ਦੇ ਵਿੱਚ। ਉਦੋਂ ਇਹ ਕਵਾਇਦ ਸ਼ੁਰੂ ਹੋਈ, ਪ੍ਰੋਸੈਸ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ 2017 ਦੇ ਵਿੱਚ ਸਰਕਾਰ ਬਦਲੀ। 17, 18, 19, 20, 21 ਤੱਕ ਨੋਟੀਫਿਕੇਸ਼ਨ ਜਾਰੀ ਹੁੰਦੇ ਰਹੇ ਅਲੱਗ-ਅਲੱਗ ਜ਼ਮੀਨਾਂ ਨੂੰ ਲੈ ਕੇ। ਜਦੋਂ ਕੋਈ ਵੀ ਏਰੀਆ ਡਿਵੈਲਪ ਕੀਤਾ ਜਾਂਦਾ ਹੈ ਤਾਂ ਉੱਥੇ ਸਭ ਤੋਂ ਪਹਿਲਾਂ ਜੋ ਪ੍ਰੋਸੈਸ ਸ਼ੁਰੂ ਹੁੰਦਾ ਹੈ ਉਹ ਜ਼ਮੀਨ ਐਕਵਾਇਰ ਕਰਨ ਦਾ ਹੀ ਹੁੰਦਾ ਹੈ। ਜਿਹੜੀਆਂ ਉੱਥੇ ਐਗਰੀਕਲਚਰ ਜ਼ਮੀਨਾਂ ਹੁੰਦੀਆਂ ਹਨ ਜਾਂ ਪਿੰਡਾਂ ਦੇ ਲੋਕ ਬੈਠੇ ਨੇ ਜਾਂ ਜ਼ਮੀਨ ਮਕਾਨਾਂ ਦੁਕਾਨਾਂ ਵਾਲੇ ਲੋਕ ਨੇ, ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਜਿਸ ਜਗ੍ਹਾ 'ਤੇ ਉਹ ਪ੍ਰੋਜੈਕਟ ਬਣਾਇਆ ਜਾਣਾ ਹੁੰਦਾ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ। ਸੋ ਇੱਥੇ ਬਾਕਰਪੁਰ ਦੀ ਜ਼ਮੀਨ ਦੀ ਅਸੀਂ ਗੱਲ ਕਰ ਰਹੇ ਹਾਂ, ਉੱਥੇ ਵੀ ਇਹ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ। ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਅਜੇ ਸਾਡੇ ਕੋਲ ਇਹਦੇ ਬਾਰੇ ਪੁਖਤਾ ਅੰਕੜੇ ਨਹੀਂ ਨੇ ਕਿ 1000 ਤੋਂ 1200 ਏਕੜ ਦੇ ਕਰੀਬ ਇਹ ਜ਼ਮੀਨ ਹੈ ਜਿਹੜੀ ਐਕਵਾਇਰ ਕੀਤੀ ਜਾਣੀ ਸੀ। ਜੋ ਜ਼ਾਹਿਰ ਜੀ ਗੱਲ ਹੈ ਕਿ 3-4 ਪਿੰਡਾਂ ਦੀ ਜ਼ਮੀਨ ਤਾਂ ਇਹਦੇ ਵਿੱਚ ਆਂਦੀ ਹੋਵੇਗੀ, ਪਰੰਤੂ ਮਾਮਲਾ ਅਜੇ ਤੱਕ ਜੋ ਸਾਹਮਣੇ ਆਇਆ ਉਹ ਬਾਕਰਪੁਰ ਦਾ ਆਇਆ। ਇਸ ਜ਼ਮੀਨ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਵੀ ਜ਼ਮੀਨ ਐਕਵਾਇਰ ਸਰਕਾਰ ਕਰਦੀ ਹੈ ਤਾਂ ਉੱਥੇ ਸਭ ਤੋਂ ਪਹਿਲਾਂ 2-3 ਡਿਪਾਰਟਮੈਂਟ ਹੁੰਦੇ ਨੇ ਜੋ ਇਹਨਾਂ ਦੀਆਂ ਰਿਪੋਰਟਾਂ ਤਿਆਰ ਕਰਦੇ ਨੇ। ਜੋ ਪੁਰਾਣੇ ਜਿਹੜੇ ਰਿਕਾਰਡ ਹੈਗੇ ਨੇ ਉਹ ਸਰਕਾਰ ਦੇ ਕੋਲ ਸਬਮਿਟ ਕੀਤੇ ਜਾਂਦੇ ਨੇ, ਜਿਹਦੇ ਵਿੱਚ ਸਭ ਤੋਂ ਵੱਡਾ ਜੋ ਰੋਲ ਹੁੰਦਾ ਉਹ ਰੈਵਨਿਊ ਡਿਪਾਰਟਮੈਂਟ ਦਾ ਹੁੰਦਾ। ਜੋ ਪਟਵਾਰੀ ਤੇ ਤਹਿਸੀਲਦਾਰਾਂ ਦਾ ਮਹਿਕਮਾ ਹੈਗਾ, ਇਹਨਾਂ ਦੇ ਕੋਲ ਹੀ ਲਿਖਤੀ ਰਿਕਾਰਡ ਹੁੰਦੇ ਨੇ ਕਿ ਕਿਹੜੀ ਜ਼ਮੀਨ ਦੇ ਉੱਤੇ ਕੌਣ ਕਾਬਜ਼ ਹੈ ਤੇ ਕਿਹਦੀ ਕਿੰਨੀ ਜ਼ਮੀਨ ਹੈਗੀ ਹੈ। ਉਸ ਤੋਂ ਬਾਅਦ ਹਾਰਟੀਕਲਚਰ ਡਿਪਾਰਟਮੈਂਟ ਹੈਗਾ, ਬਾਗਬਾਨੀ ਡਿਪਾਰਟਮੈਂਟ, ਤੇ ਇਹਨਾਂ ਸਾਰਿਆਂ ਦੇ ਉੱਪਰ ਜੋ ਡਿਪਾਰਟਮੈਂਟ ਹੈਗਾ ਉਹ ਹੈਗਾ ਗਮਾਡਾ ਦਾ। ਗਮਾਡਾ ਦਾ ਡਿਪਾਰਟਮੈਂਟ ਹੈ ਜਿਹੜਾ ਕਿ ਇਹ ਸਾਰੇ ਏਰੀਏ ਨੂੰ ਜ਼ਮੀਨਾਂ ਐਕਵਾਇਰ ਕਰਦਾ, ਪ੍ਰੋਜੈਕਟ ਕਰਦਾ ਉਹਨਾਂ ਨੂੰ ਤੇ ਉੱਥੇ ਪ੍ਰੋਜੈਕਟ ਲਿਆਂਦਾ ਸਾਰੇ। ਇਹ ਸਾਰੀ ਜ਼ਿੰਮੇਵਾਰੀ ਹੈ ਗਮਾਡਾ ਦੀ। ਗਮਾਡਾ ਨੂੰ ਜੋ ਅਫਸਰ ਹੈੱਡ ਕਰਦਾ ਹੈ ਉਸ ਨੂੰ CA ਕਿਹਾ ਜਾਂਦਾ, ਚੀਫ ਐਡਮਿਨਿਸਟ੍ਰੇਟਰ। ਇੱਕ IAS ਅਫਸਰ ਦੀ ਪੋਸਟ ਹੈਗੀ ਹੈ ਤੇ ਉਸ ਤੋਂ ਥੱਲੇ ACA ਹੁੰਦਾ, ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ। ਇਹ ਵੀ ਕਿਸੇ IAS ਜਾਂ PCS ਅਫਸਰ ਦੀ ਹੀ ਪੋਸਟ ਹੈਗੀ ਹੈ ਤੇ ਇਸ ਡਿਪਾਰਟਮੈਂਟ ਨੂੰ ਹੈੱਡ ਕਰਦੇ ਨੇ ਹਮੇਸ਼ਾ ਚੀਫ ਮਿਨਿਸਟਰ ਪੰਜਾਬ ਦੇ। ਪਹਿਲਾਂ ਕੈਪਟਨ ਅਮਰਿੰਦਰ ਸੀਗੇ ਤੇ ਹੁਣ ਭਗਵੰਤ ਮਾਨ ਸਾਹਿਬ ਹੈਗੇ ਨੇ। ਜਦੋਂ ਇਹ ਕਵਾਇਦ ਸ਼ੁਰੂ ਕੀਤੀ ਬਾਕਰਪੁਰ ਦੀ ਜ਼ਮੀਨ ਦੀ ਤਾਂ ਬਾਕਰਪੁਰ ਦੇ ਵਿੱਚ ਇੱਕ ਪ੍ਰੋਪਰਟੀ ਡੀਲਰ ਬੈਠਾ ਸੀ ਜਿਹਦਾ ਨਾਂ ਸੀ ਭੁਪਿੰਦਰ ਸਿੰਘ।
ਤੇ ਉਸ ਨੂੰ ਹੀ ਵਿਜੀਲੈਂਸ ਨੇ ਸਾਜ਼ਿਸ਼ ਘਾੜਾ ਬਣਾਇਆ ਹੈ ਕਿ ਸਾਰੀ ਸਾਜ਼ਿਸ਼ ਹੀ ਉਸ ਵੱਲੋਂ ਤਿਆਰ ਕੀਤੀ ਗਈ ਹੈ। ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਭੁਪਿੰਦਰ ਸਿੰਘ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਤੇ ਇੱਕ ਅਨਪੜ੍ਹ ਬੰਦਾ ਸੀ, ਉਹਦੇ ਕੋਲ ਇੰਨਾ ਦਿਮਾਗ ਨਹੀਂ ਹੋ ਸਕਦਾ ਕਿ ਸਰਕਾਰੀ ਪਾਲਿਸੀਆਂ ਨੂੰ ਟੇਢੇ ਵਿੰਗੇ ਢੰਗ ਨਾਲ ਉਹ ਕਰਕੇ ਤੇ ਪੈਸਾ ਸਰਕਾਰ ਦੇ ਝੋਲੇ ਚੋਂ ਕੱਢ ਸਕੇ। ਜ਼ਾਹਰ ਜੀ ਗੱਲ ਹੈ ਕਿ ਉਹਦੇ ਨਾਲ ਅਫਸਰ ਮਿਲੇ ਹੋਏ ਸੀ ਜਿਹੜੇ ਉਹਨੂੰ ਦੱਸਦੇ ਸੀ ਕਿ ਇੱਥੇ ਆਹ ਹੋਵੇਗਾ, ਇੱਥੇ ਆਹ ਹੋਵੇਗਾ। ਪੰਜਾਬੀ 'ਚ ਇੱਕ ਆਪਣੇ ਕਹਾਵਤ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਸੀ। ਸੋ ਇਸ ਡਿਪਾਰਟਮੈਂਟ ਦੇ ਵਿੱਚ ਵੀ ਇਹ ਸਾਰਾ ਕੁਝ ਚੱਲ ਰਿਹਾ ਸੀ। ਇਹ ਸਾਰੇ ਕੰਮ ਚੁੱਪ-ਚਪੀਤੇ ਕੀਤੇ ਜਾਂਦੇ ਨੇ ਕਿਉਂਕਿ ਆਮ ਲੋਕਾਂ ਨੂੰ ਇਹਦੀ ਕੰਨੋ ਕੰਨ ਖਬਰ ਨਹੀਂ ਹੁੰਦੀ। ਜ਼ਮੀਨਾਂ ਦੇ ਮਾਲਕਾਂ ਨੂੰ ਜਿਹੜੇ ਜ਼ਮੀਨਾਂ ਦੇ ਮੁਆਵਜ਼ੇ ਨੇ ਉਹ ਦਿੱਤੇ ਜਾਂਦੇ ਨੇ। ਸੋ ਇੱਥੇ ਵੀ ਜ਼ਮੀਨਾਂ ਦੇ ਮੁਆਵਜ਼ੇ ਦਿੱਤੇ ਗਏ, ਜ਼ਮੀਨਾਂ ਐਕਵਾਇਰ ਹੋਈਆਂ ਤੇ ਜ਼ਮੀਨਾਂ ਐਕਵਾਇਰ ਜਦੋਂ ਹੁੰਦੀਆਂ ਨੇ ਤਾਂ ਜੇ ਉਹਦੇ ਉੱਪਰ ਐਗਰੀਕਲਚਰਲ ਜ਼ਮੀਨ ਹੈਗੀ ਆ, ਉਹਦੇ ਉੱਪਰ ਜੋ ਫਸਲ ਖੜੀ ਹੈ ਉਹ ਫਸਲ ਹਰ ਇੱਕ ਫਸਲ ਦਾ 5-6 ਮਹੀਨੇ ਦਾ ਪੀਰੀਅਡ ਹੁੰਦਾ ਹੈ। ਉਹਨੂੰ ਬੀਜ ਕੇ ਵੱਢ ਲਿਆ ਜਾਂਦਾ, ਖਾਣ ਵਾਸਤੇ ਮੰਡੀਆਂ 'ਚ ਭੇਜਿਆ ਜਾਂਦਾ ਤੇ ਉਹਦਾ ਇੱਕ ਵਾਰ ਦਾ ਮੁਆਵਜ਼ਾ ਵੀ ਸਰਕਾਰ ਦੇ ਦਿੰਦੀ ਆ। ਪਰੰਤੂ ਜੋ ਬਾਗ ਹੁੰਦੇ ਨੇ ਫਲਾਂ ਦੇ, ਉਹ ਫਲਾਂ ਦੇ ਬਾਗ ਨੇ ਜਿਹੜੇ, ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਕਈ ਸਾਲਾਂ ਤੱਕ ਮਿਲਦਾ ਤੇ ਬਾਕਰਪੁਰ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ। ਐਗਰੀਕਲਚਰ ਜੋ ਕਿਸਾਨ ਸੀ ਉਹਨਾਂ ਨੂੰ ਤਾਂ ਇੱਕ ਵਾਰ ਮੁਆਵਜ਼ਾ ਦੇ ਦਿੱਤਾ ਗਿਆ, ਪਰੰਤੂ ਸਰਕਾਰੀ ਅਫਸਰਾਂ ਨੂੰ ਪਤਾ ਸੀ ਅਗਰ ਕੋਈ ਫਲਾਂ ਦਾ ਬਾਗ ਜਿਹੜਾ ਹੈ ਉਹ ਅਗਰ ਕਿਸੇ ਦਾ ਲਗਾਇਆ ਹੋਇਆ ਤਾਂ ਉਹਦੇ ਉੱਪਰ 20 ਸਾਲ ਦੀ ਫਸਲ ਦਾ ਮੁਆਵਜ਼ਾ ਅਲੱਗ ਤੋਂ ਦਿੱਤਾ ਜਾਂਦਾ, ਕਿਉਂਕਿ ਜ਼ਿਆਦਾਤਰ ਜਿਹੜੇ ਬਾਗ ਹੁੰਦੇ ਨੇ ਉਹ ਫਸਲ ਦੇ ਮਾਲਕਾਂ ਵੱਲੋਂ ਘੱਟ ਲਗਾਏ ਜਾਂਦੇ ਨੇ, ਆਮ ਲੋਕਾਂ ਵੱਲੋਂ ਜ਼ਮੀਨਾਂ ਪੱਟੇ ਤੇ ਲੈ ਲਿੱਤੀਆਂ ਜਾਂਦੀਆਂ ਨੇ। ਸੋ ਇੱਥੇ ਵੀ ਇੱਦਾਂ ਹੀ ਹੋਇਆ। ਜੋ ਅਫਸਰ ਸੀ ਉਹਨਾਂ ਵੱਲੋਂ ਪੂਰਾ ਇੰਸਟਰਕਸ਼ਨਾਂ ਦਿੱਤੀਆਂ ਗਈਆਂ, ਜੋ ਦੋਸ਼ੀ ਸੀਗੇ, ਠੱਗ ਸੀਗੇ, ਜੋ ਸਾਜ਼ਿਸ਼ ਤਿਆਰ ਕਰ ਰਹੇ ਸੀ ਕਿ ਇੰਨੀ 300 ਕਿੱਲਾ ਜਾਂ 700 ਕਿੱਲੇ ਦੇ ਕਰੀਬ ਜ਼ਮੀਨ ਦੱਸੀ ਜਾ ਰਹੀ ਹੈ। ਇਹ ਐਕੂਰੇਟ ਸਾਡੇ ਕੋਲ ਡਾਟਾ ਇਸ ਵਕਤ ਨਹੀਂ ਹੈਗਾ, ਪਰੰਤੂ ਇੰਨੀ ਕੁ ਜ਼ਮੀਨ ਹੈ ਜਿਹਦੇ ਉੱਪਰ ਬਾਗ ਲਗਾਇਆ ਦਿਖਾਇਆ ਗਿਆ। ਬਾਗ ਕਾਹਦਾ ਲਗਾਇਆ ਗਿਆ? ਅਮਰੂਦਾਂ ਦਾ। ਅਮਰੂਦਾਂ ਦਾ ਬੂਟਾ 2-3 ਸਾਲ ਦੇ ਵਿੱਚ ਹੀ ਫਸਲ ਦੇਣ ਲੱਗਦਾ ਹੈ ਤੇ ਮੁੜ ਕੇ ਜਦੋਂ ਉਹ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤਾਂ ਉਹਦੀ ਇਵੈਲੂਏਸ਼ਨ ਜਿਹੜੀ ਪੈਂਦੀ ਹੈ ਉਹ ਅਗਲੇ 20 ਸਾਲ ਦੀ ਫਸਲ ਦਾ ਮੁਆਵਜ਼ਾ ਉਸ ਨੂੰ ਦਿੱਤਾ ਜਾਂਦਾ। ਇੱਕ ਪਾਸੇ ਦਾ ਜੋ ਜ਼ਮੀਨ ਦਾ ਮਾਲਕ ਹੈ ਉਹਨੂੰ ਸਰਕਾਰ ਵੱਲੋਂ ਮੁਆਵਜ਼ਾ ਦਰ ਰਿਹਾ ਸੀ ਤੇ ਦੂਜੇ ਪਾਸੇ ਜਿਹਨੇ ਬਾਗ ਲਾਇਆ ਉਹਨੂੰ ਵੱਖਰੇ ਤੌਰ ਦੇ ਉੱਤੇ ਤੇ ਸ਼ਾਇਦ ਉਹ ਜ਼ਮੀਨ ਨਾਲੋਂ ਵੀ ਜ਼ਿਆਦਾ, ਮਾਲਕੀ ਨਾਲੋਂ ਵੀ ਜ਼ਿਆਦਾ ਮੁਆਵਜ਼ਾ ਉਹਨੂੰ ਦਿੱਤਾ ਜਾਣਾ ਸੀ। 1 ਏਕੜ ਦੇ ਵਿੱਚ, 1 ਕਿੱਲੇ ਦੇ ਵਿੱਚ ਜੋ ਬੂਟੇ ਲੱਗਦੇ ਨੇ ਅਮਰੂਦ ਦੇ, ਉਹ ਲੱਗਦੇ ਨੇ 132। ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਰਾਂ ਦਾ ਕਹਿਣਾ ਹੈਗਾ ਕਿ ਅਗਰ ਸਹੀ ਤਰ੍ਹਾਂ ਫਸਲ ਲੈਣੀ ਹੈ ਤਾਂ 132 ਬੂਟੇ 1 ਏਕੜ ਦੇ ਵਿੱਚ ਤੁਸੀਂ ਲਾ ਸਕਦੇ ਹੋ। ਉਹ 2-3 ਫੁੱਟ ਜਾਂ 4 ਫੁੱਟ ਜੋ ਵੀ ਇੱਕ ਡਿਸਟੈਂਸ ਹੁੰਦਾ ਐਕੂਰੇਟ, ਉਹ ਰੱਖਣਾ ਪੈਂਦਾ। ਪਰੰਤੂ ਇੱਥੇ ਠੱਗਾਂ ਵੱਲੋਂ ਕੀ ਕੀਤਾ ਗਿਆ, 132 ਦੀ ਜਗ੍ਹਾ ਬੂਟੇ ਲਾਏ ਗਏ 2500 1 ਕਿੱਲੇ ਦੇ ਵਿੱਚ। ਇੱਕ ਬੂਟਾ 50 ਰੁਪਏ ਦਾ, ਪਨੀਰੀ ਲੈ ਕੇ ਲਗਾ ਦਿੱਤੀ ਗਈ ਉਹਨਾਂ ਦੀ। ਤੇ ਜਦੋਂ ਉਹ ਬੂਟੇ ਬੜੇ ਹੁੰਦੇ ਨੇ ਤਾਂ ਬੜੇ ਤਾਂ ਉਹ ਸ਼ਾਇਦ ਨਾ ਵੀ ਹੋਣੇ ਸੀ ਕਿਉਂਕਿ ਉਹਨਾਂ ਦਾ ਮੁਆਵਜ਼ਾ ਲਿੱਤਾ ਜਾਣਾ ਸੀ ਤੇ ਮੁਆਵਜ਼ਾ ਮਿਲਦਾ ਹੈ 2500 ਬੂਟਿਆਂ ਦਾ 1 ਏਕੜ ਦੇ ਵਿੱਚ। ਇੱਕ ਬੂਟੇ ਦਾ ਮੁਆਵਜ਼ਾ 5500। ਬੂਟਾ ਲਾਇਆ 50 ਰੁਪਏ ਦਾ ਤੇ 5500 ਦਾ ਮੁਆਵਜ਼ਾ ਮਿਲ ਰਿਹਾ, 20 ਸਾਲ ਦੀ ਫਸਲ ਦਾ ਮੁਆਵਜ਼ਾ ਮਿਲ ਰਿਹਾ। ਤੇ ਇਹ ਮੁਆਵਜ਼ਾ ਇੰਨਾ ਜ਼ਿਆਦਾ ਬਣ ਗਿਆ ਕਿ ਕਈਆਂ ਦੇ ਸ਼ਾਇਦ 7 ਪੁਸ਼ਤਾਂ ਦੇ ਗਰੀਬੀ ਵੀ ਧੋਤੀ ਗਈ। ਇਹਦੇ ਵਿੱਚ ਸਭ ਤੋਂ ਪਹਿਲਾਂ ਨਾਮ ਭੁਪਿੰਦਰ ਸਿੰਘ ਦਾ ਹੈ। ਭੁਪਿੰਦਰ ਸਿੰਘ ਨੂੰ ਸਾਜ਼ਿਸ਼ ਘਾੜਾ ਮੰਨਿਆ ਗਿਆ ਹੈ। ਭੁਪਿੰਦਰ ਸਿੰਘ ਦੀ ਆਪਣੇ ਹੀ ਨਾਮ, ਆਪਣੇ ਹੀ ਪਰਿਵਾਰ, ਆਪਣੇ ਪੁੱਤਰੀ, ਆਪਣੀ ਪਤਨੀ ਜਾਂ ਆਪਣੇ ਹੋਰ ਫੈਮਿਲੀ ਮੈਂਬਰਾਂ ਦੇ ਨਾਂ 'ਤੇ 24 ਕਰੋੜ ਦਾ ਜਿਹੜਾ ਹੈਗਾ ਉਹ ਮੁਆਵਜ਼ਾ ਲੈ ਗਿਆ, ਜਿਸ ਨੂੰ ਕਿ ਵਿਜੀਲੈਂਸ ਵੱਲੋਂ ਇੱਕ ਠੱਗ ਸ਼੍ਰੋਮਣੀ ਮੰਨਿਆ ਗਿਆ ਇਸ ਨੂੰ, ਤੇ ਇਹਨੂੰ ਪਹਿਲਾ ਆਰੋਪੀ ਮੰਨਿਆ ਗਿਆ। ਸਭ ਤੋਂ ਵੱਡਾ ਮੁਆਵਜ਼ਾ ਇਹਨੂੰ ਮਿਲਿਆ। ਤੇ ਉਸ ਤੋਂ ਇਲਾਵਾ ਇੱਕ ਚੰਡੀਗੜ੍ਹ ਦੇ ਇੱਕ ਫੈਮਿਲੀ ਹੈਗੀ ਆ, ਭੰਡਾਰੀ ਫੈਮਿਲੀ, 20 ਕਰੋੜ ਦਾ ਉਹਨਾਂ ਵੱਲੋਂ ਹੈ ਮੁਆਵਜ਼ਾ ਦਿੱਤਾ ਗਿਆ। ਇੱਕ ਬਠਿੰਡਾ ਦੀ ਜਿੰਦਲ ਫੈਮਿਲੀ ਹੈਗੀ ਆ, ਉਹ 14 ਕਰੋੜ ਦਾ ਮੁਆਵਜ਼ਾ ਉਹਨਾਂ ਦਾ ਹੈ। ਤੇ ਬਾਕਰਪੁਰ ਦੇ ਹੀ ਕੁਝ ਬੰਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਸੁਖਰਾਜ ਕੌਰ ਹੈਗੀ ਹੈ, ਇੱਕ ਜੋਧਵੀਰ ਦਾ ਮੁੰਡਾ ਹੈਗਾ, ਉਹਨਾਂ ਦੀ ਫੈਮਿਲੀ ਹੈਗੀ ਹੈ, ਉਹ 11 ਕਰੋੜ ਦੀ ਹੈਗੀ ਹੈ। ਤੇ ਹੋਰ ਇੱਕ ਫੈਮਿਲੀ ਹੈਗੀ ਉਹਦਾ 10 ਕਰੋੜ ਦਾ ਹੈਗਾ। ਸੁਖਰਾਜ ਕੌਰ ਦਾ ਸ਼ਾਇਦ 3.5 ਕਰੋੜ ਦੇ ਕਰੀਬ ਹੈ। ਸੋ ਇਸ ਪਿੰਡ ਦਾ ਹੀ ਲਗਭਗ 40-45 ਕਰੋੜ ਦੇ ਕਰੀਬ ਮੁਆਵਜ਼ਾ ਸੀ ਜਿਹੜਾ ਸਰਕਾਰ ਨੂੰ ਠੱਗੀ ਮਾਰੀ ਗਈ। ਸਰਕਾਰ ਨੂੰ ਮੂਰਖ ਬਣਾਇਆ ਗਿਆ। ਮੂਰਖ ਸਰਕਾਰ ਨੂੰ ਬਣਾਇਆ ਗਿਆ, ਪਰੰਤੂ ਅਫਸਰਾਂ ਨੇ ਬਣਾਇਆ ਖੁਦ ਹੀ ਜੋ ਵਿੱਚ ਹੀ ਬੈਠੇ ਸੀਗੇ। ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ 2 IAS ਅਫਸਰ ਜੋ ਕਿ ਉਸ ਵਕਤ ਗਮਾਡਾ ਨੂੰ ਹੈੱਡ ਕਰ ਰਹੇ ਸੀ, CA ਤੇ ACA ਬਣ ਕੇ, ਉਹਨਾਂ ਨੇ ਆਪਣੀ ਪਤਨੀਆਂ ਦੇ ਨਾਮ ਨਾਲ ਵੀ ਮੁਆਵਜ਼ਾ ਲਿੱਤਾ ਹੈਗਾ। ਪੱਟੇ ਤੇ ਜ਼ਮੀਨ ਲੈ ਲਿੱਤੀ ਗਈ ਤੇ ਉਹਦੇ ਵਿੱਚ ਮੁਆਵਜ਼ਾ ਮਿਲਿਆ। ਇੱਕ ਅਫਸਰ ਇਸ ਵਕਤ ਪੰਜਾਬ ਦੇ ਇੱਕ ਵੱਡੇ ਜ਼ਿਲ੍ਹੇ ਦਾ DC ਹੈਗਾ, ਉਹਦੀ ਘਰਵਾਲੀ ਨੂੰ 1.25 ਕਰੋੜ ਦੇ ਕਰੀਬ ਮੁਆਵਜ਼ਾ ਮਿਲਿਆ।
ਤੇ ਇੱਕ ਇਸ ਵਕਤ ਪੋਸਟਡ ਹੈਗਾ IAS ਅਫਸਰ, ਅਸੀਂ ਨਾਂ ਦੀ ਕਿਸੇ ਦੀ ਪੁਸ਼ਟੀ ਨਹੀਂ ਕਰਦੇ, ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਉਹਦੀ ਘਰ ਵਾਲੀ ਨੂੰ ਸ਼ਾਇਦ 50 ਲੱਖ ਤੋਂ ਉੱਪਰ ਦਾ ਮੁਆਵਜ਼ਾ ਹੈਗਾ। ਇਹ ਸਾਰੇ ਬੋਗਸ ਕਾਗਜ਼ਾਂ ਤੇ ਮਿਲੇ ਹੈਗੇ ਨੇ। ਤੇ ਇਹਦੇ ਵਿੱਚ ਸਭ ਤੋਂ ਵੱਡੀ ਹੈਲਪ ਕੌਣ ਕਰ ਰਿਹਾ ਸੀ? ਇਹ ਹੈਲਪ ਕਰ ਰਿਹਾ ਸੀ ਉੱਥੇ ਦਾ ਮਾਲ ਪਟਵਾਰੀ, ਰੈਵਨਿਊ ਡਿਪਾਰਟਮੈਂਟ ਦਾ ਪਟਵਾਰੀ, ਜੋ ਕਿ ਇਸ ਵਕਤ ਕਾਨੂੰਗਾ ਤੇ ਇਸ ਵਕਤ ਉਹ ਫੜਿਆ ਹੋਇਆ ਪੁਲਿਸ ਵੱਲੋਂ। ਪੁੱਛਗਿੱਛ ਉਹਦੀ ਜਾਰੀ ਹੈ ਕਿ ਹੋਰ ਕਿਹੜੇ ਘਪਲੇ ਉਹਨੇ ਪਟਵਾਰੀ ਬਣ ਕੇ ਇਸ ਇਲਾਕੇ ਦੇ ਵਿੱਚ ਕਰਾਏ ਨੇ। ਉਸ ਬੰਦੇ ਦੀ ਸ਼ਾਤਰਤਾ ਤੁਸੀਂ ਦੇਖੋ ਕਿ ਜਦੋਂ ਇਹ ਸਾਰਾ ਮਾਮਲਾ ਖੁੱਲ੍ਹਣ ਕਿਨਾਰੇ ਪਹੁੰਚਿਆ ਤਾਂ ਉਹਨੇ 2019 ਦੇ ਵਿੱਚ ਜੋ ਅਸਲੀ ਰਜਿਸਟਰ ਸੀ ਉਹ ਹੀ ਗੁੰਮ ਕਰ ਦਿੱਤਾ ਤੇ ਨਵਾਂ ਰਜਿਸਟਰ ਲਾਇਆ ਤੇ ਉਹਦੇ ਉੱਪਰ ਆਪਣੀ ਮਰਜ਼ੀ ਦਾ ਰਿਕਾਰਡ ਚੜਾਇਆ ਤੇ ਉਹ ਰਿਕਾਰਡ ਸਬਮਿਟ ਕੀਤਾ ਗਿਆ ਸਰਕਾਰ ਦੇ ਕੋਲ, ਤਾਂ ਕਿ ਇਹ ਜਿਹੜੀਆਂ ਬਾਗ ਦੀ ਥਿਊਰੀ ਬਣਾਈ ਗਈ ਸੀ ਇਹ ਸਾਰੀ ਸੱਚੀ ਲੱਗੇ। ਕਿਉਂਕਿ ਉਹਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਪਿਛਲੇ 5 ਸਾਲਾਂ ਤੋਂ ਇਹ ਬਾਗ ਲੱਗੇ ਹੋਏ ਨੇ, ਜਦੋਂ ਕਿ ਬਾਗ ਕੁਝ ਹੀ ਟਾਈਮ 'ਚ ਲੱਗੇ ਸੀ ਤੇ ਇੰਨੇ ਬੂਟੇ ਵੀ ਪੰਜਾਬ ਦੇ ਵਿੱਚੋਂ ਨਹੀਂ ਮਿਲੇ। ਇਹ ਬੂਟੇ ਰਾਜਸਥਾਨ ਤੋਂ, ਹਿਮਾਚਲ ਪ੍ਰਦੇਸ਼ ਤੋਂ, ਯੂਪੀ ਤੋਂ, ਹਰਿਆਣੇ ਤੋਂ ਇਹ ਬੂਟੇ ਮੰਗਾਏ ਗਏ ਅਮਰੂਦਾਂ ਦੇ, ਤੇ ਬੂਟੇ ਲਗਾਏ ਗਏ ਕਿਉਂਕਿ ਮੁਆਵਜ਼ਾ ਲੈਣਾ ਸੀ। ਇਸ ਦੀ ਜਦੋਂ ਖਬਰ ਨਿਕਲਦੀ ਹੈ ਕਿ ਇੰਨਾ ਤਕਰੀਬਨ ਇਹ ਇਸ ਪਿੰਡ ਦਾ ਹੀ ਬਣਦਾ ਹੈ, ਤਕਰੀਬਨ 90-92 ਕਰੋੜ ਦੇ ਕਰੀਬ ਇਹ ਬਣਦਾ ਹੈ ਕਿ ਇਹ ਇੰਨਾ ਪੈਸਾ ਠੱਗਿਆ ਗਿਆ ਸਰਕਾਰ ਦੇ ਖਾਤੇ ਦੇ ਵਿੱਚੋਂ। ਤੇ ਹੁਣ ਇਹ ਦੋ ਜਿਹੜੇ IAS ਅਫਸਰ ਹੈਗੇ ਨੇ, ਇਹਨਾਂ ਦੇ ਘਰ ਵਾਲੀਆਂ ਦੇ ਨਾਮ ਵੀ ਨੇ। ਸ਼ਾਇਦ ਹੋ ਸਕਦਾ ਕਿਸੇ ਵੀ ਟਾਈਮ ਉਹਨਾਂ ਦਾ ਵੀ ਜੋ ਪੁਲਿਸ ਤੁਰ ਪਵੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਇਸ ਮਾਮਲੇ ਵਿੱਚ ਜਿਹੜੀ FIR ਕੱਟੀ ਗਈ ਹੈ ਉਹ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਕੱਟੀ ਗਈ ਹੈ। FIR ਨੰਬਰ 16 2 ਮਈ ਨੂੰ ਇਹ ਕੱਟੀ ਗਈ ਹੈ, ਜਿਹਦੇ ਵਿੱਚ 409, 420, 465, 66, 67, 471 ਤੇ 120 ਵੀ ਦੀਆਂ ਧਾਰਾਵਾਂ ਲਈਆਂ ਗਈਆਂ ਨੇ। ਕਿਸੇ ਨੂੰ ਮੂਰਖ ਬਣਾਉਣਾ, ਜਾਲਸਾਜ਼ੀ ਕਰਨੀ, ਗਲਤ ਤੱਥ ਪੇਸ਼ ਕਰਨੇ, ਇਹ ਸਾਰੀਆਂ ਧਾਰਾਵਾਂ ਦੇ ਵਿੱਚ ਲਾਈਆਂ ਗਈਆਂ ਨੇ। ਤੇ 18 ਬੰਦੇ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿੱਚੋਂ 7 ਬੰਦੇ ਪੁਲਿਸ ਨੇ ਫੜ ਚੁੱਕੇ ਨੇ, ਜਿਹਦੇ ਵਿੱਚ ਉਹ ਮਾਲ ਪਟਵਾਰੀ ਸਾਹਿਬ ਵੀ ਨੇ ਜੋ ਕਿ ਇਸ ਵਕਤ ਕਾਨੂੰਗੋ ਸੀਗੇ। ਇਸ ਮਾਮਲੇ ਦੇ ਵਿੱਚ ਜਦੋਂ ਥੋੜ੍ਹੀ ਬਹੁਤੀ ਭਾਫ ਬਾਹਰ ਨਿਕਲਦੀ ਹੈ ਤਾਂ ਇੱਕ ਐਂਟੀ ਕਰਪਸ਼ਨ ਇੱਥੇ ਸੰਸਥਾ ਬਣੀ ਹੋਈ ਹੈ, ਸਤਨਾਮ ਦਾਊ ਜੀ ਉਹਦੇ ਚੀਫ ਹੈਗ ਨੇ, ਹੈੱਡ ਕਰਦੇ ਨੇ। ਉਹਨਾਂ ਵੱਲੋਂ ਵਿਸਲ ਬਲੋਰ ਸੀਗੇ ਉਹ ਇਸ ਮਾਮਲੇ ਦੇ। ਉਹਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਉਸ ਵਕਤ ਬਲਵੀਰ ਸਿੱਧੂ ਜੀ ਸੀਗੇ ਜੋ ਕਿ ਸਿਹਤ ਮੰਤਰੀ ਸੀਗੇ, ਪੰਜਾਬ ਦੇ ਕੈਬਨਿਟ ਮਿਨਿਸਟਰ ਸੀਗੇ, ਉਹਨਾਂ ਨੂੰ ਵੀ ਕਿਹਾ ਗਿਆ। ਹੋਰ ਕਾਫੀ ਪਾਸੇ ਉਹਨਾਂ ਵੱਲੋਂ ਭੱਜ ਦੌੜ ਕੀਤੀ ਗਈ, ਪਰੰਤੂ ਕਿਸੇ ਨੇ ਵੀ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਦੇਖੋ ਬਾਕਰਪੁਰਨੀ ਐਟਰੋਪੋਲਿਸ ਪ੍ਰੋਜੈਕਟ ਜਿਹੜਾ ਹੈਗਾ 2-3 ਪਿੰਡਾਂ 'ਚ ਹੈ, ਉੱਥੇ ਹਜ਼ਾਰਾਂ ਏਕੜ ਦੇ ਵਿੱਚ ਅਮਰੂਦਾਂ ਦੇ ਬਾਗ ਲਗਾ ਕੇ ਦਿਖਾਏ, ਪੇਪਰ 'ਚ ਬਾਗ ਹੈ ਨਹੀਂ ਸੀ, ਬਾਗ ਦਿਖਾ ਕੇ ਕਰੋੜਾਂ ਰੁਪਏ ਦਾ ਮੁਆਵਜ਼ਾ, ਅਰਬਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਗਿਆ। ਸਕੈਮ ਇਹ ਸੀਗਾ ਕਿ ਛੋਟੇ-ਛੋਟੇ 50-50 ਰੁਪਏ ਦੇ ਪੌਦੇ ਲਗਾ ਕੇ ਉਹਦੀ ਕੀਮਤ 5500 ਰੁਪਏ ਵਸੂਲੀ ਗਈ ਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਮੁਤਾਬਕ ਜਿੱਥੇ 130 ਬੂਟੇ ਲੱਗਦੇ ਸੀ 2500 ਤੋਂ 3000 ਬੂਟੇ ਜਿਹੜੇ ਆ ਉਹ ਮੁਆਵਜ਼ਾ ਦਿੱਤਾ ਗਿਆ। ਵਿਜੀਲੈਂਸ ਨੇ FIR ਦਰਜ ਕਰਕੇ 18 ਬੰਦਿਆਂ ਨੂੰ ਜਿਹੜਾ FIR 'ਚ ਪਾਇਆ ਤੇ 7-8 ਬੰਦੇ ਜੇਲ੍ਹ 'ਚ ਹੈ। ਤੇ ਇਹ ਵੀ ਆ ਰਿਹਾ ਅੱਗੇ ਗੱਲਾਂ ਕਿ ਇਹ 'ਚ ਕੁਝ ਵੱਡੇ ਚਿਹਰੇ ਵੀ ਜਿਹੜੇ ਸਾਹਮਣੇ ਆ ਰਹੇ ਆ ਜਿਨ੍ਹਾਂ ਨੇ ਇਸ ਸਕੈਮ 'ਚੋਂ ਕਮਾਈ ਕੀਤੀ ਹੈ ਜਾਂ ਉਹ ਜ਼ਿੰਮੇਵਾਰ ਸੀਗੇ। ਇਹ ਮੈਨੂੰ ਮੀਡੀਆ ਤੋਂ ਪਤਾ ਲੱਗਾ ਜਿਹੜੀ FIR ਜਦੋਂ ਦਰਜ ਹੋਈ ਹੈ ਤਾਂ FIR ਜਦੋਂ ਵਾਇਰਲ ਹੋਈ ਹੈ ਉਹ 'ਚ ਜਿਹੜੇ ਇੱਥੇ CA ਗਮਾਡਾ ਸੀਗਾ, ACA ਗਮਾਡਾ ਸੀ ਮਿਸਟਰ ਧੀਮਾਨ, ਇਹ ਪਤਾ ਲੱਗਾ ਕਿ ਉਹਨਾਂ ਦੀ ਵਾਈਫ ਦੇ ਨਾਮ ਵੀ ਮੁਆਵਜ਼ੇ ਗਏ ਹੋਏ ਆ। ਤੇ ਕਈ ਤਾਂ ਇਹ ਵੀ ਕਹਿੰਦੇ ਆ ਕਿ ਜਿਹੜੇ ਦੂਜੇ IAS ਅਫਸਰ ਵਰੁਣ ਰੁਜਮ ਦਾ ਵੀ ਨਾਮ ਚੱਲ ਰਿਹਾ, ਪਰ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ। ਹਾਂ, ਪੇਪਰ ਜ਼ਰੂਰ ਹੈਗੇ ਆ ਜਿਹਦੇ ਵਿੱਚ ਵਰੁਣ ਰੁਜਮ, ਉਸ ਦੀ ਪਤਨੀ ਤੇ ਇੱਕ ਹੋਰ 3 ਬੰਦਿਆਂ ਨੂੰ 56 ਲੱਖ ਦਾ ਮੁਆਵਜ਼ਾ ਮਿਲਿਆ। ਹੁਣ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਵਰੁਣ ਰੁਜਮ IAS ਅਫਸਰ ਹੈ ਜਾਂ ਕੋਈ ਹੋਰ ਹੈ। ਦੇਖੋ ਜਿਹੜੀ ਤਾਂ FIR ਹੈ ਇਹ ਤਾਂ ਕੁਝ 100 ਏਕੜ ਦੇ ਵਿੱਚ ਹੀ ਹੈ, ਪਰ ਜਿਹੜੀ ਡਿਵੈਲਪਮੈਂਟ ਆ ਪੂਰੇ ਮੋਹਾਲੀ ਤੇ ਪੂਰੇ ਨਵੇਂ ਚੰਡੀਗੜ੍ਹ 'ਚ ਸੈਂਕੜੇ ਨਹੀਂ ਹਜ਼ਾਰਾਂ ਏਕੜ ਦੇ ਵਿੱਚ ਹੋਈ ਹੈ। ਉੱਤੇ ਹਜ਼ਾਰਾਂ ਏਕੜ 'ਚ ਅਮਰੂਦਾਂ ਦੇ ਜਾਲੀ ਬਾਗ ਦਿਖਾਇਆ ਗਿਆ। ਸਕੈਮ ਕਿਤੇ ਜ਼ਿਆਦਾ ਵੱਡਾ ਜਦੋਂ FIR ਦੱਸਿਆ ਗਿਆ। ਜਦੋਂ ਇਹਦਾ ਮਾਮਲਾ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਨਾਲ ਜੁੜਿਆ ਹੋਇਆ ਇੱਕ ਰੋਚਕ ਤੱਥ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਦੋਂ ਇਸ ਮਾਮਲੇ ਦੀ ਭਾਫ ਨਿਕਲਣੀ ਸ਼ੁਰੂ ਹੋਈ ਤਾਂ ਦੋਸ਼ੀਆਂ ਵੱਲੋਂ ਸੋਚਿਆ ਗਿਆ ਕਿ ਆ ਕੇ ਉਰੇ ਬਾਗ ਦਾ ਮੁਆਇਨਾ ਕੀਤਾ ਜਾਵੇਗਾ ਤੇ ਇਹ ਤਾਂ ਅਜੇ ਬੂਟੇ ਛੋਟੇ ਨੇ, ਸਾਡੇ ਫਸਣ ਦੇ ਪੂਰੇ ਚਾਂਸ ਨੇ। ਇਹ ਪਿਛਲੇ ਸਾਲ ਮਾਰਚ ਦੀ ਗੱਲ ਹੈ, ਲਗਭਗ 1 ਸਾਲ ਹੋ ਗਿਆ ਇਹਨੂੰ, 1 ਮਹੀਨਾ। ਉਹਨਾਂ ਨੇ ਕੀ ਕੀਤਾ, ਇੱਥੇ ਆ ਕੇ ਇੱਕ ਅਫਵਾਹ ਉਡਾਈ ਕਿ ਛੱਤਬੀੜ ਜੋ ਕਿ ਬਾਕਰਪੁਰ ਦੇ ਨੇੜੇ ਹੀ ਪੈ ਜਾਂਦਾ, ਉੱਥੇ ਇੱਕ ਜ਼ੂ ਹੈਗਾ, ਚਿੜੀਆ ਘਰ ਹੈਗਾ, ਕਿ ਉੱਥੋਂ ਇੱਕ ਸ਼ੇਰ ਭੱਜ ਗਿਆ ਪਿੰਜਰਾ ਤੋੜ ਕੇ ਤੇ ਉਹ ਬਾਕਰਪੁਰ ਦੇ ਖੇਤਾਂ ਦੇ ਵਿੱਚ ਫਿਰਦਾ ਦੇਖਿਆ ਗਿਆ। ਬਕਾਇਦਾ ਪ੍ਰਸ਼ਾਸਨ ਨੂੰ ਕਹਿ ਕੇ ਉੱਥੇ ਇੱਕ ਪਿੰਜਰਾ ਵੀ ਉਹਨਾਂ ਨੇ ਲਵਾ ਦਿੱਤਾ ਸੀ। ਲੋਕਾਂ ਨੂੰ ਕਿਹਾ ਗਿਆ ਕਿ ਘਰਾਂ ਦੇ ਅੰਦਰ ਰਹੋ, ਬਾਹਰ ਨਾ ਨਿਕਲੋ, ਖਤਰਾ ਹੈ, ਸ਼ੇਰ ਫਿਰ ਰਿਹਾ ਹੈ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਸੀ। ਐਕਚੁਅਲ ਦੇ ਵਿੱਚ ਉਹਨਾਂ ਵੱਲੋਂ ਇੱਕ ਰਾਤ ਦੇ ਵਿੱਚ ਵੀ ਇੱਥੇ ਕੋਈ ਬੰਦਾ ਨਹੀਂ ਆਵੇਗਾ, JCB ਲਾ ਕੇ ਸਾਰੇ ਬੂਟੇ ਪੱਟ ਦਿੱਤੇ ਗਏ, ਸਾਰੀ ਜ਼ਮੀਨ ਪੱਧਰ ਕਰ ਦਿੱਤੀ ਗਈ ਤਾਂ ਕਿ ਉਹਦਾ ਕੋਈ ਰਿਕਾਰਡ ਹੀ ਨਾ ਰਹੇ। ਤੇ ਜਦੋਂ ਉੱਥੇ ਉਹ ਸੰਸਥਾ ਜਾਂਦੀ ਹੈ ਤਾਂ ਉਹਨਾਂ ਵੱਲੋਂ ਦੇਖਿਆ ਜਾਂਦਾ ਕਿ ਸਾਰਾ ਕੁਝ ਤਹਿਸ ਨਹਿਸ ਹੋਇਆ ਗਿਆ, ਤਾਂ ਉਹਨਾਂ ਵੱਲੋਂ ਇੱਕ ਨਵੀਂ ਮੰਗ ਕੀਤੀ ਗਈ, RTI ਪਈ ਗਈ
ਕਿ ਜਿਹੜੇ ਇਹ ਬੂਟੇ ਕੱਟੇ ਗਏ ਨੇ, ਫਲਾਂ ਦੇ ਦਰਖਤ ਕੱਟੇ ਗਏ ਨੇ, ਇਹਦੀ ਲੱਕੜ ਦਾ ਦਿਖਾਓ ਕਿੱਥੇ ਹੈ, ਇਹ ਦਰਖਤ ਕਿੱਥੇ ਨੇ, ਇਹ ਬੂਟੇ ਵੇਚੇ ਗਏ, ਉਹਨਾਂ ਦੀ ਲੱਕੜ ਵੇਚੀ ਗਈ ਜਾਂ ਉਹਨਾਂ ਦਾ ਫਰੂਟ ਵੇਚਿਆ ਗਿਆ, ਉਹਦੀ ਕੋਈ ਐਂਟਰੀ ਤਾਂ ਸਰਕਾਰ ਦੇ ਕੋਲ ਇਨਕਮ ਦਿਖਾਈ ਹੋਵੇਗੀ। ਕਿਉਂਕਿ ਇੰਨੇ ਕਈ ਸੌ ਏਕੜ ਦੇ ਵਿੱਚ ਇਹ ਬਾਗ ਦਿਖਾਇਆ ਗਿਆ ਸੀ, ਲਗਭਗ 90-92 ਕਰੋੜ ਦਾ ਇਹਦਾ ਮੁਆਵਜ਼ਾ ਸੀ, ਉਹ ਕਿੱਥੇ ਹੈ? ਕੁਝ ਵੀ ਨਹੀਂ ਨਿਕਲਿਆ ਕਿਉਂਕਿ ਸਾਰਾ ਕੁਝ ਹਵਾ ਦੇ ਵਿੱਚ ਸੀ। ਸੋ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਮਾਨ ਸਰਕਾਰ ਆਈ ਤਾਂ ਮਾਨ ਸਰਕਾਰ ਦੀ ਥਿਊਰੀ ਸੀ ਐਂਟੀ ਕਰਪਸ਼ਨ ਦੀ, ਕਿ ਉਹਨਾਂ ਵੱਲੋਂ ਬਕਾਇਦਾ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ, ਅਗਰ ਕੋਈ ਤੁਹਾਡੇ ਨਾਲ ਜਾਤੀ ਕਰਦਾ, ਪੈਸੇ ਮੰਗਦਾ ਤਾਂ ਉਹਦੀ ਆਵਾਜ਼ ਸਾਡੇ ਤੱਕ ਪਹੁੰਚਾਈ ਜਾਵੇ, ਵੀਡੀਓ, ਉਹਦੀ ਕਵਰੇਜ, ਉਹਦੀ ਨਿਊਜ਼, ਉਹਦੇ ਨੰਬਰ, ਉਹਦਾ ਨਾਮ, ਸਾਰਾ ਕੁਝ ਤੁਸੀਂ ਸਾਡੇ ਤੱਕ ਭੇਜੋ, ਵਿਜੀਲੈਂਸ ਜਾਂਚ ਕਰੇਗਾ। ਸੋ ਵਿਜੀਲੈਂਸ ਵੱਲੋਂ ਜਾਂਚ ਵੀ ਚੱਲ ਰਹੀ ਹੈ। ਇਸ ਮਾਮਲੇ ਦੇ ਵਿੱਚ ਵੀ ਵਿਜੀਲੈਂਸ ਨੇ ਜਾਂਚ ਕੀਤੀ ਤੇ ਭੁਪਿੰਦਰ ਸਿੰਘ ਫੜਿਆ ਗਿਆ, ਉਹਦੇ ਨਾਲ 7 ਬੰਦੇ ਹੋਰ ਫੜੇ ਗਏ, ਸਰਕਾਰੀ ਅਫਸਰ ਫੜੇ ਗਏ, ਹੋਰ ਬੜੇ ਸਰਕਾਰੀ ਅਫਸਰਾਂ ਦਾ ਨਾਂ ਹੈਗਾ, ਕਿਉਂਕਿ 18 ਬੰਦਿਆਂ ਦੇ ਖਿਲਾਫ ਇਹ FIR ਹੋਈ ਹੈ। ਪਰੰਤੂ ਐਡਾ ਵੱਡਾ ਇੱਕ ਅਮਰੂਦਾਂ ਦੇ ਨਾਂ ਦੇ ਉੱਤੇ ਸਕੈਮ ਜਿਹੜਾ ਸਿਰਫ ਇੱਕ ਪਿੰਡ ਤੱਕ ਲਿਮਟਿਡ ਹੈਗਾ, ਅਸੀਂ ਹੈਰਾਨ ਆ ਕਿ ਪੂਰਾ ਮੋਹਾਲੀ ਕਿੰਨੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ, ਕਿੰਨੀ ਐਗਰੀਕਲਚਰ ਜ਼ਮੀਨਾਂ ਸੀ ਜਾਂ ਹੋਰ ਜਿਹੜੇ ਪ੍ਰੋਜੈਕਟ ਲੱਗ ਰਹੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੋਵੇਗਾ। ਕਿਉਂਕਿ ਇਹ ਧੁਰਾਂ ਤੋਂ ਚੱਲੀ ਆ ਰਹੀ ਇਹ ਸ਼ਾਇਦ ਰੀਤ ਹੈਗੀ ਇਹਨਾਂ ਅਫਸਰਾਂ ਦੀ ਕਿ ਸਰਕਾਰ ਨੂੰ ਜਿੰਨਾ ਖਾਧਾ ਜਾਂਦਾ ਖਾਓ, ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਚਮਚੇ ਜੁੜੇ ਹੁੰਦੇ ਨੇ ਜਾਂ ਉਹ ਠੱਗ ਜੁੜੇ ਹੁੰਦੇ ਨੇ ਜਿਹੜੇ ਐਸੇ ਮੌਕਿਆਂ ਦੀ ਭਾਲ ਦੇ ਵਿੱਚ ਰਹਿੰਦੇ ਨੇ। ਆਮ ਲੋਕ ਤਾਂ ਇਸ ਗੱਲ ਤੋਂ ਹੀ ਹੈਰਸ ਹੋ ਜਾਂਦੇ ਨੇ ਕਿ ਸਾਡੀ ਜ਼ਮੀਨ ਐਕਵਾਇਰ ਕਰ ਲਿੱਤੀ ਜਾਵੇਗੀ, ਹੁਣ ਕੀ ਹੋਵੇਗਾ। ਪਰੰਤੂ ਇਹ ਇਹਨਾਂ ਦੀਆਂ ਬਾਛਾਂ ਖੜ ਜਾਂਦੀਆਂ ਨੇ ਕਿ ਹੁਣ ਕੁਝ ਖਾਣ ਨੂੰ ਲੱਭਿਆ ਹੈ ਤੇ ਲੋਕ ਖਾਂਦੇ ਵੀ ਨੇ, ਸਬੂਤ ਤੁਹਾਡੇ ਸਾਹਮਣੇ ਹੈ। ਇਸ ਮਾਮਲੇ ਦੇ ਵਿੱਚ ਜੋ 2 IAS ਅਫਸਰ ਹੈਗੇ ਨੇ ਉਹਨਾਂ ਦੀਆਂ ਵਾਈਫ ਦੇ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਜੋ ਇਸ ਵਕਤ DC ਹੈਗੇ ਨੇ ਇੱਕ ਜ਼ਿਲ੍ਹੇ ਦੇ, ਉਹਨਾਂ ਦੇ ਤਾਂ ਸ਼ਾਇਦ ਸਭ ਤੋਂ ਪਹਿਲੀ ਕਾਰਵਾਈ ਉਹਨਾਂ ਤੇ ਹੋਵੇਗੀ। ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ, ਸਾਰੇ ਜੋ ਕਾਗਜ਼ ਹੈਗੇ ਨੇ ਨਾਲ ਨਾਲ ਦਿਖਾਏ ਜਾ ਰਹੇ ਨੇ ਸਕਰੀਨ ਦੇ ਉੱਪਰ, ਤੁਸੀਂ ਦੇਖ ਸਕਦੇ ਹੋ। FIR ਦੀ ਕਾਪੀ ਹੈ ਜਿਹੜੀ ਉਹ ਵੀ ਅਸੀਂ ਦਿਖਾ ਰਹੇ ਹਾਂ, ਵਿਜੀਲੈਂਸ ਵੱਲੋਂ FIR ਕੱਟੀ ਗਈ ਹੈ। ਮਾਮਲੇ ਦੀ ਜਾਂਚ ਅਜੇ ਹੋਰ ਵੀ ਚੱਲ ਰਹੀ ਹੈ, ਪੁੱਛਗਿੱਛ ਹੋ ਰਹੀ ਹੈ। ਬਾਕੀ ਜੋ 10-11 ਬੰਦੇ ਹੈਗੇ ਨੇ, ਆਰੋਪੀ ਹੈਗੇ ਨੇ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਪਰੰਤੂ ਇਹ ਜਿਹੜੇ ਆਰੋਪੀ ਨੇ ਜਿਨ੍ਹਾਂ ਦੇ ਉੱਪਰ 90-92 ਕਰੋੜ ਰੁਪਈਆ ਖਾਣ ਦਾ ਇਲਜ਼ਾਮ ਆਇਆ ਹੈਗਾ ਕਿ ਇਹ ਸਾਜ਼ਿਸ਼ ਘਾੜੇ ਹੈਗੇ ਨੇ, ਇਹਨਾਂ ਦੀ ਪੁੱਛਗਿੱਛ ਵੀ ਹੋ ਰਹੀ ਹੈ ਕਿ ਕੀ ਕੁਝ ਨਿਕਲ ਕੇ ਆਂਦਾ ਹੈ। ਇਹ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਵੇਗਾ। IAS ਅਫਸਰ ਕਿੰਨੇ ਕੁ ਇਨਵੋਲਵ ਸੀ ਉਹ ਵੀ ਸਾਰਾ ਕੁਝ ਤੁਹਾਡੇ ਸਾਹਮਣੇ, ਉਹਨਾਂ ਦੇ ਨਾਂ ਵੀ ਥੋੜ੍ਹੇ ਦਿਨਾਂ ਵਿੱਚ ਇਹ ਸਾਰਾ ਕੁਝ ਮਾਮਲਾ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਹੋ ਜਾਵੇਗਾ।